मोबाइल साडे सारिਆਂ ਦੀ ਜ਼ਿੰਦਗੀ ਦਾ ਬਹੁਤ ਜ਼ਰੂਰੀ ਹਿੱਸਾ ਬਣ ਚੁੱਕਿਆ। ਹੁਣ ਇਸ ਵੇਲੇ ਜਿਹੜਾ 5G ਨੈਟਵਰਕ ਆ ਉਹ ਚਰਚਾ ਦੇ ਵਿੱਚ ਆ। ਜਾਣੀ ਕਿ ਨੈਟਵਰਕ ਦੀ ਇੰਟਰਨੈਟ ਦੀ ਇੱਕ ਅਗਲੀ ਜਨਰੇਸ਼ਨ, ਇੱਕ ਅਗਲੀ ਕਿਸਮ ਸਾਡੇ ਸਾਹਮਣੇ ਆਉਣ ਵਾਲੀ ਹੈ। 5G ਨੈਟਵਰਕ ਨੂੰ ਲੈ ਕੇ ਅੱਜ ਕੈਨੇਡਾ ਦੇ ਵਿੱਚ ਕੁਝ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ। ਇਹ ਖਬਰਾਂ ਨੂੰ ਸਮਝਣ ਤੋਂ ਪਹਿਲਾਂ 5G ਟੈਕਨੋਲੋਜੀ ਕੀ ਆ ਇਹਨੂੰ ਸਮਝਣਾ ਪਊਗਾ। ਜਿਹੜੀ ਫਸਟ ਜਨਰੇਸ਼ਨ 5G मतलब 5th जनरेशन मतलब 5ਵੀਂ पीढ़ी इस नैटवर्क की ਇਹਦੀਆਂ अलग-अलग पीढ़ियां इन्हां इंजीनियर्स ने, साइंटिस्टानां ने, विग्यानियां ने नाम दिते हुंदे आ। पहली पीढ़ी फस्ट जनरेशन ਨੂੰ 1G ਕਹਿੰਦੇ ਸੀ। ਇਹ 1980 ਦੇ ਨੇੜੇ ਤੇੜੇ आई सी। तो एनालॉग वॉइस होंगी ये फिर 2G आ गई सी 1990 ਦੇ ਵਿੱਚ 91-92 ਦੇ ਨੇੜੇ ਤੇੜੇ 2G ਜਿਹੜੀ ਇੰਟਰੋਡਿਊਸ ਕੀਤੀ ਗਈ ਸੀ। ਉਹਦੇ ਵਿੱਚ ਡਿਜੀਟਲ ਵੌਇਸ ਸੀਗੀ, CDMA ਉਹਨੂੰ ਕਹਿੰਦੇ ਸੀ, ਕੋਡ ਵਿਜ਼ਨ ਮਲਟੀਪਲ ਐਕਸੈਸ। ਇਸੇ ਤਰ੍ਹਾਂ ਫਿਰ ਇਹਦੀ ਨੈਟਵਰਕ ਦੀ ਤੀਜੀ ਪੀੜ੍ਹੀ ਸਾਹਮਣੇ ਆਈ ਸੀ, 3rd ਜਨਰੇਸ਼ਨ 3G ਉਹਨੂੰ ਕਹਿੰਦੇ ਸੀ। ਇਹ 2001-2 अर्ਲੀ 2000 ਦੇ ਵਿੱਚ ਸਾਹਮਣੇ ਆਈ ਸੀ। ਇਹਦੇ ਨਾਲ मोबाइल डाटा साढ़े सामने आ गया सी, CDMA 2000 ਉਹਨੂੰ ਕਹਿੰਦੇ ਸੀ ਜਿਹੜੀ। ਇਸੇ ਤਰ੍ਹਾਂ 4G LTE 2010 ਦੇ ਵਿੱਚ ਸਾਹਮਣੇ ਆਈ ਸੀ, ਜਿਹਨੂੰ ਹੈਗਾ ਆ ਕਿ ਇੱਕ ਮੋਬਾਈਲ ਬ੍ਰੌਡਬੈਂਡ ਦਾ ਇੱਕ ਯੁੱਗ ਸ਼ੁਰੂ ਹੋ ਗਿਆ ਸੀ 2010 ਦੇ ਨੇੜੇ ਤੇੜੇ 4th ਜਨਰੇਸ਼ਨ ਦੇ ਨਾਲ। ਹੁਣ 5G ਜਨਰੇਸ਼ਨ ਮੋਬਾਈਲ ਨੈਟਵਰਕ ਜਿਹੜੇ ਸਾਡੇ ਸਾਹਮਣੇ ਆਉਣਗੇ। ਇਹਦਾ ਮਤਲਬ ਕੀ ਆ ਕਿ ਜਦੋਂ ਤੁਸੀਂ ਵੀਡੀਓ ਦੇਖਦੇ ਆ, ਤੁਸੀਂ ਹੋਰ ਕੁਝ ਕਰਦੇ ਆ, ਉਹਦੀ ਸਪੀਡ ਬਹੁਤ ਜ਼ਿਆਦਾ ਹੋਊਗੀ, डाटा बहुत ज़्यादा होगा, उसकी स्पीड बहुत ज़्यादा होगी। पर यह विज्ञान का एक अगला स्टैप आ जिहदा नाम 5G यानी कि 5th जनरेशन यानी कि 5ਵੀਂ पीढ़ी इस मोबाइल नैटवर्क की जदों तो ये मोबाइल नैटवर्क ईजाद होया उहदी हुण सामने आऊगी। जिहड़े ग्लोबल वायरलैस स्टैंडर्ड आ 1G 2G 3G 4G तो बाद एक नवां नैटवर्क साडे सामने आऊगा, जिहदे विच सारिਆਂ ਨੂੰ वर्चुअली एक दूजे दे नाल जोड़ दिता जाऊगा, भावें वो मशीनां है, भावें ऑब्जेक्ट्स है, ते भावें डिवाइसिस आ। इस वे जिहड़ा मल्टी GBPS स्पीक डाटा स्पीड होगी वो वध जाऊगी। वीडियो बहुत जल्दी तुसीं डाउनलोड कर सकोगे, बहुत तेज़ी नाल देख सकोगे, नैटवर्क बहुत वधिया होऊगा, ਉਹਦੇ ਤੇ ਰਿਲਾਇਬਿਲਿਟੀ ਬਹੁਤ ਹੋਊਗੀ, ਜ਼ਿਆਦਾ ਉਹਦੇ ਤੇ ਭਰੋਸਾ ਕੀਤਾ ਜਾ ਸਕਦਾ ਹੋਊਗਾ, ਨੈਟਵਰਕ ਬਹੁਤ ਜ਼ਿਆਦਾ ਹੋਊਗਾ। ਕੋਈ ਵੀ ਇਦਾਂ ਦੀ ਜਗ੍ਹਾ ਨਹੀਂ ਹੋਊਗੀ ਜਿੱਥੇ ਨੈਟਵਰਕ ਨਹੀਂ ਆ, ਤੇ ਉਹ ਨੈਟਵਰਕ ਦੀ ਜਿਹੜੀ ਉਹਦੀ ਗੱਲ ਕਰਨ ਦੀ ਤੁਹਾਡੀ ਕੁਆਲਿਟੀ ਆ ਉਹ ਸਾਰਾ ਕੁਝ ਬਹੁਤ ਵਧੀਆ ਹੋਊਗਾ, ਅਵੇਲੇਬਿਲਿਟੀ ਇਹਦੇ ਨਾਲ ਵੱਧ ਜਾਊਗੀ। ਹੁਣ ਇਹ ਸਾਰੇ ਕੁਝ ਦੇ ਲਈ ਜਿਹੜਾ ਇਸ ਵੇਲੇ ਕੈਨੇਡਾ ਦੇ ਵਿੱਚ ਫੈਡਰਲ ਸਰਕਾਰ ਨੇ ਅਨਾਉਂਸਮੈਂਟ ਕਰ ਦੇਣੀ ਹੈ 5G ਦੇ ਲਈ। ਤੇ ਮਸਲਾ ਇਹ ਆ ਕਿ ਜਿਹੜਾ ਮੋਬਾਈਲ ਨੈਟਵਰਕ ਵਧੀਆ ਹੋਣਾ ਕੈਨੇਡਾ ਦੇ ਵਿੱਚ ਕਿਹੜੀ ਕੰਪਨੀ ਨੇ ਕਰਨਾ। ਜਦੋਂ ਮੋਬਾਈਲ ਨੈਟਵਰਕ 5G ਦੀ ਗੱਲਬਾਤ ਆਉਂਦੀ ਆ ਤਾਂ ਹਵਾਈ ਕੰਪਨੀ ਦਾ ਨਾਂ ਸਾਡੇ ਸਾਹਮਣੇ ਆਉਂਦਾ। ਹਵਾਈ ਤੁਹਾਨੂੰ ਯਾਦ ਕਰਵਾ ਦਈਏ ਕਿ ਕੈਨੇਡਾ ਨੇ ਮੈਂਗ ਵੌਨਜ਼ੂ ਇੱਕ ਸੀਨੀਅਰ ਹਵਾਈ ਐਗਜ਼ੀਕਿਊਟਿਵ ਸੀ, ਉਹਨੂੰ ਦਸੰਬਰ 2018 ਦੇ ਵਿੱਚ ਗ੍ਰਿਫਤਾਰ ਕੀਤਾ ਸੀ ਯੂਨਾਈਟਿਡ ਸਟੇਟਸ ਯਾਨੀ ਕਿ ਅਮਰੀਕਾ ਦੀ ਕਹਿਣ ਦੇ ਉੱਤੇ, ਉਹਨਾਂ ਦੀ ਬੇਨਤੀ ਦੇ ਉੱਤੇ। ਉਹਦੇ ਉੱਤੇ ਬਹੁਤ ਸਾਰੇ ਐਲੀਗੇਸ਼ਨ ਲੱਗੇ ਸੀ ਮੈਂਗ ਵੌਨਜ਼ੂ ਦੇ ਉੱਤੇ ਕਿ ਇਹਨੇ ਈਰਾਨ ਦੇ ਉੱਤੇ ਜਿਹੜੀਆਂ ਸੈਂਕਸ਼ਨ ਸੀ ਉਹਨਾਂ ਨੂੰ ਵਾਇਓਲੇਟ ਕੀਤਾ, ਉਹਨਾਂ ਪਾਬੰਦੀਆਂ ਨੂੰ, ਅਮਰੀਕਾ ਦੀਆਂ ਉਹਨਾਂ ਪਾਬੰਦੀਆਂ ਨੂੰ ਤੋੜਿਆ। ਚੀਨ ਦੀ ਇਹ ਰਹਿਣ ਵਾਲੀ ਸੀ, ਬਹੁਤ ਖਬਰਾਂ ਚਰਚਾ ਦੇ ਵਿੱਚ ਆਈਆਂ ਸੀ। ਥੋੜ੍ਹਾ ਚਿਰ ਪਹਿਲਾਂ ਹੀ ਇਹਨੂੰ ਆਜ਼ਾਦ ਕੀਤਾ ਗਿਆ। ਇਹ ਸਾਰਾ ਮਾਮਲਾ ਮੁੱਕਿਆ ਆ ਤੇ ਉਸ ਬੀਬੀ ਦਾ, ਉਸ ਮੈਂਗ ਵੌਨਜ਼ੂ ਦਾ ਸੰਬੰਧ ਹਵਾਈ ਕੰਪਨੀ ਦੇ ਨਾਲ ਸੀ, ਜਿਹੜੀ ਕਿ ਮੋਬਾਈਲ ਨੈਟਵਰਕ ਦੇ ਨਾਲ ਬੇਸਿਕਲੀ ਡੀਲ ਕਰਦੀ ਆ। ਇਹ ਵੀ ਤੁਹਾਨੂੰ ਯਾਦ ਹੋਊਗਾ ਮੈਂਗ ਵੌਨਜ਼ੂ ਦੇ ਨਾਲ ਜਾਂ ਉਹਦੇ ਬਰਾਬਰ ਜਿਹੜੀ ਇੱਕ 2 ਕੈਨੇਡੀਅਨ ਨੂੰ ਚੀਨ ਨੇ ਫੜ ਲਿਆ ਸੀ, ਮਾਈਕਲ ਕੋਵਰਿਗ ਤੇ ਮਾਈਕਲ ਸਪੈਵਰ। ਉਹਨਾਂ ਦੋਵਾਂ ਮਾਈਕਲਸ ਨੂੰ ਫੜਿਆ ਸੀ, ਉਹਦੇ ਤੋਂ ਬਾਅਦ ਫਿਰ ਉਹਨਾਂ ਨੂੰ ਛੱਡਿਆ ਗਿਆ। ਕੀ ਸਾਰਾ ਕੁਝ ਹੋਇਆ ਉਹ ਰੀਸੈਂਟਲੀ ਅਸੀਂ ਉਹ ਸਾਰਾ ਕੁਝ ਦੇਖਿਆ ਆ। ਹੁਣ ਇਹ ਕੰਪਨੀ ਜਿਹੜੀ ਹਵਾਈ ਕੰਪਨੀ ਆ, ਇਹ ਵੀ ਆਪਣੇ ਆਪ ਦੇ ਵਿੱਚ ਕੈਨੇਡਾ ਦੇ ਵਿੱਚ ਦਾਅਵੇਦਾਰ ਆ ਕਿ ਤੁਹਾਡਾ ਜਿਹੜਾ 5G ਨੈਟਵਰਕ ਆ ਜਾਣੀ ਕਿ ਵਧੀਆ ਮੋਬਾਈਲ ਦਾ ਨੈਟਵਰਕ ਦੇਣ ਦੇ ਲਈ ਅਸੀਂ ਸਾਹਮਣੇ ਆਵਾਂਗੇ, ਸਾਨੂੰ ਇਹ ਕੰਟਰੈਕਟ ਦਿੱਤਾ ਜਾਵੇ। ਹੁਣ ਇਸ ਵੇਲੇ ਇਹ ਗੱਲ ਚਰਚਾ ਦੇ ਵਿੱਚ ਆ ਕਿ ਕੀ ਚੀਨ ਦੀ ਇਸ ਕੰਪਨੀ ਨੂੰ, ਜਿਹਦੇ ਨਾਲ ਐਡਾ ਵੱਡਾ ਰੌਲਾ ਕੈਨੇਡਾ ਦਾ ਪੈ ਚੁੱਕਿਆ, ਇਹ ਕੰਟਰੈਕਟ ਦੇਣਾ ਚਾਹੀਦਾ ਜਾਂ ਉਹਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ। ਬਹੁਤ ਸਾਰੇ ਲੋਕ ਕਹਿੰਦੇ ਇਹਨੂੰ ਨਹੀਂ ਕੀਤਾ ਜਾਣਾ ਚਾਹੀਦਾ। ਬਹੁਤ ਸਾਰੇ ਲੋਕ ਜਿਹੜੇ ਪੋਲੀਟੀਕਲ ਐਨਾਲਿਸਟ ਨੇ, ਜਿਹੜੇ ਤਿੱਖੀ ਨਜ਼ਰ ਰੱਖਦੇ ਨੇ ਸਾਰੇ ਮਾਮਲਿਆਂ ਦੇ ਉੱਤੇ, ਉਹ ਕਹਿੰਦੇ ਇਹਦੇ ਨਾਲ ਸਿਕਿਉਰਿਟੀ ਰਿਸਕ ਹੋ ਸਕਦਾ ਕਿ ਜਿਹੜੀ ਕੈਨੇਡਾ ਦੇ ਲੋਕਾਂ ਦੀ ਇਨਫੋਰਮੇਸ਼ਨ ਆ, ਜੇ ਉਹਦੇ ਉੱਤੇ ਚੀਨ ਦੀ ਕਿਸੇ ਕੰਪਨੀ ਦਾ ਹੀ ਕੰਮਕਾਰ ਹੋ ਗਿਆ ਵੀ ਉਹੀ ਸਾਰਾ ਕੁਝ ਕਰ ਰਹੀ ਹੈ, ਤਾਂ ਚੀਨ ਤੱਕ ਇਨਫੋਰਮੇਸ਼ਨ ਪਹੁੰਚਣ ਨੂੰ ਕਿੰਨਾ ਟਾਈਮ ਲੱਗੂਗਾ। ਬੀਜਿੰਗ ਤੱਕ ਇਹ ਸਾਰਾ ਕੁਝ ਪਹੁੰਚ ਸਕਦਾ ਆ। ਜਿਹੜੇ ਸੀਨੀਅਰ ਪ੍ਰੋਫੈਸਰਸ ਨੇ ਯੂਨੀਵਰਸਿਟੀਆਂ ਦੇ, ਜਿਹੜੇ ਇਸ ਇੰਟਰਨੈਸ਼ਨਲ ਗਵਰਨੈਂਸ ਨੂੰ ਦੇਖਦੇ ਆ, ਉਹ ਇਹ ਗੱਲ ਕਹਿ ਰਹੇ ਆ। ਉਹ ਕਹਿੰਦੇ ਬਹੁਤ ਨੇੜਿਓਂ ਚੀਨ ਦੀ ਸਰਕਾਰ ਦੇ ਨਾਲ ਇਹ ਕੰਪਨੀ ਜੁੜੀ ਆ
ਤੇ ਇਹ ਸਾਨੂੰ ਕੁਛ ਨਾ ਕੁਛ ਹੋਰ ਸੋਚਣਾ ਪਊਗਾ, ਸਾਨੂੰ ਕਿਸੇ ਨਾ ਕਿਸੇ ਹੋਰ ਕੰਪਨੀ ਨੂੰ ਇਹ ਕੰਟਰੈਕਟ ਦੇਣਾ ਪਊਗਾ। ਜਦੋਂ ਕਿ ਇਸ ਵੇਲੇ ਹਵਾਈ ਕੰਪਨੀ ਇਹ ਕਹਿ ਰਹੀ ਆ ਕਿ ਫੈਡਰਲ ਗਵਰਨਮੈਂਟ ਦਾ 5G ਪਾਲਿਸੀ ਨੂੰ ਲੈ ਕੇ ਜਿਹੜਾ ਡਿਸੀਜਨ ਲਿਆ ਜਾਣਾ, ਅਸੀਂ ਬੇਨਤੀ ਕਰਦੇ ਹਾਂ, ਜਾਂ ਹਵਾਈ ਕੰਪਨੀ ਕਹਿ ਰਹੀ ਕਿ ਅਸੀਂ ਆਸ ਕਰਦੇ ਹਾਂ ਕਿ ਇਹ ਟੈਕਨੋਲੋਜੀ ਦੇ ਆਧਾਰ ਦੇ ਉੱਤੇ ਹੋਵੇ ਕਿ ਕਿਹੜੀ ਕੰਪਨੀ ਕੋਲੇ ਵਧੀਆ ਟੈਕਨੋਲੋਜੀ ਹੈ ਤੇ ਕਿਹੜੀ ਦੁਨੀਆ ਦੇ ਵਿੱਚ ਇਸ 5G ਨੈਟਵਰਕ ਨੂੰ ਚਲਾਉਂਦੀ ਹੈ, ਨਾ ਕਿ ਪੋਲਿਟਿਕਸ ਦੇ ਆਧਾਰ ਦੇ ਉੱਤੇ। ਇਹ ਵੀ ਉਹਨਾਂ ਨੇ ਕਿਹਾ ਕਿ ਸਾਡੇ 1600 EMPLOYE ਇਸ ਕੰਪਨੀ ਦੇ ਕੈਨੇਡਾ ਦੇ ਵਿੱਚ ਇਸ ਵੇਲੇ ਰਿਸਰਚ ਤੇ ਡਿਵੈਲਪਮੈਂਟ ਦੇ ਵਿੱਚ ਕੰਮਕਾਰ ਕਰ ਰਹੇ ਆ, ਤੇ ਉਹ ਕਹਿੰਦੇ ਸਾਡਾ ਜਿਹੜਾ ਬਹੁਤ ਵੱਡਾ ਇੱਥੇ ਇਕਵਿਪਮੈਂਟ ਆ, ਸਾਡਾ ਨੈਟਵਰਕ ਆ, ਅਸੀਂ ਸਾਰੇ ਕੁਛ ਨੂੰ ਇਹਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਉਹ ਕਹਿੰਦੇ ਅਸੀਂ ਸਮਾਰਟਫੋਨ ਕੈਨੇਡਾ ਦੇ ਵਿੱਚ ਵੇਚਦੇ ਹਾਂ, ਅਸੀਂ ਈਅਰਬਡਸ ਵੇਚਦੇ ਹਾਂ, ਅਸੀਂ ਲੈਪਟਾਪਸ ਇੱਥੇ ਵੇਚਦੇ ਹਾਂ। ਤੇ ਹੁਣ ਜਿਹੜਾ ਕੁਐਸਚਨ ਆ ਇਸ ਕੰਪਨੀ ਦੇ ਉੱਤੇ ਹੈਗਾ ਕਿ ਇਸ 5G ਪਾਲਿਸੀ ਨੂੰ ਜਦੋਂ ਫੈਡਰਲ ਗਵਰਨਮੈਂਟ ਅਨਾਊਂਸ ਕਰਦੀ ਹੈ ਕਿ ਇਸ ਕੰਪਨੀ ਨੂੰ ਦਿੰਦੀ ਹੈ, ਲੋਕਾਂ ਦੇ ਵੱਲੋਂ ਵੀ ਵਿਰੋਧ ਹੋ ਸਕਦਾ, ਕਿਉਂਕਿ 2 ਮਾਈਕਲਸ ਨੂੰ ਉੱਥੇ ਚੀਨ ਦੇ ਵਿੱਚ ਫੜਿਆ ਜਾਣਾ ਇਸ ਕੰਪਨੀ ਦੀ ਇੱਕ ਐਗਜ਼ੀਕਿਊਟਿਵ ਦੇ ਵਿਰੋਧ ਦੇ ਵਿੱਚ ਬਹੁਤ ਲੰਬਾ ਸਮਾਂ ਇਹਦਾ ਰੌਲਾ ਰੱਪਾ ਜਿਹੜਾ ਪੈਂਦਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਕਿ ਹੋ ਸਕਦਾ ਇਹ ਕੰਪਨੀ ਕੁਝ ਵੀ ਗਲਤ ਨਾ ਕਰਨਾ ਚਾਹਵੇ, ਜਿਹੜੀ ਉੱਥੇ ਦੀ ਸਰਕਾਰ ਆ, ਜਿਹੜਾ ਉੱਥੇ ਦੀ ਉਹਨਾਂ ਦੀ ਪਾਲਿਸੀ ਆ, ਉਹ ਇਹਨਾਂ ਤੋਂ ਜ਼ੋਰ ਜ਼ਬਰਦਸਤੀ ਕੈਨੇਡਾ ਦੀ ਸਾਰੀ ਇਨਫੋਰਮੇਸ਼ਨ ਲੀਕ ਕਰਵਾ ਸਕਦੀ ਹੈ ਜਾਂ ਆਪਣੇ ਤੱਕ ਲਿਆ ਸਕਦੀ ਹੈ। ਹੁਣ ਕਿਸ ਤਰ੍ਹਾਂ ਜਿਹੜੀ ਇਹ ਮੀਟਿੰਗ ਹੁੰਦੀ ਹੈ, ਇਹਦੇ ਤੋਂ ਬਾਅਦ ਕੀ ਹੁੰਦਾ ਆ, ਹਾਲਾਂਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕੈਨੇਡਾ ਇਕੱਲਾ ਇਹ ਦੇਸ਼ ਨਹੀਂ ਆ, ਕੈਨੇਡਾ ਦੇ ਪਾਰਟਨਰ ਹੈਗੇ ਆ 5i ਇੰਟੈਲੀਜੈਂਸ ਸ਼ੇਅਰਿੰਗ ਅਲਾਇੰਸ ਜਿਹੜਾ ਹੈਗਾ, ਯੂਨਾਈਟਿਡ ਸਟੇਟਸ, ਬ੍ਰਿਟੇਨ, ਆਸਟ੍ਰੇਲੀਆ, ਉਹਨਾਂ ਨੇ ਵੀ ਬਹੁਤ ਸਾਰੇ ਜਿਹੜੇ ਸਟੈਪ ਲਏ ਆ ਇਸ ਕੰਪਨੀ ਨੂੰ ਰੋਕਣ ਦੇ ਲਈ ਇਹਨਾਂ 5G ਨੈਟਵਰਕਸ ਦੇ ਮਾਮਲੇ ਦੇ ਵਿੱਚ। ਤੇ ਫੈਡਰਲ ਗਵਰਨਮੈਂਟ ਇਸ ਵੇਲੇ ਬਹੁਤ ਚੰਗੀ ਤਰ੍ਹਾਂ ਇਸ ਗੱਲ ਨੂੰ ਜਿਹੜਾ ਇਨਕਰੇਜ ਕਰ ਰਹੀ ਹੈ ਕਿ ਇਹਦੇ ਉੱਤੇ ਕਿਹੜਾ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਲਿਆ ਜਾਣਾ, ਇਸ ਕੰਪਨੀ ਨੂੰ ਠੇਕਾ ਦਿੱਤਾ ਜਾਊਗਾ, ਇਸ ਕੰਪਨੀ ਨੂੰ ਇਨਵੋਲਵ ਕੀਤਾ ਜਾਊਗਾ ਜਾਂ ਨਹੀਂ ਕੀਤਾ ਜਾਊਗਾ, ਤੇ ਇਹਦੇ ਨਾਲ ਕਿੱਡਾ ਕੁ ਵੱਡਾ ਰਿਸਕ ਹੋ ਸਕਦਾ ਆ। ਤੇ ਜਿਹੜਾ ਪਿਛਲੇ ਸਮੇਂ ਲੰਬੇ ਸਮੇਂ ਤੋਂ ਜਿਹੜੀ ਇਹ 5G ਪਾਲਿਸੀ ਆ ਅਨਾਊਂਸਮੈਂਟ ਆਏ ਹੋਣੀ ਆ, ਤੇ ਇਹਦੇ ਤੋਂ ਬਾਅਦ ਜਿਹੜਾ ਇਹ ਜੀਓਪੋਲਿਟੀਕਲ ਡਰਾਮਾ ਇੱਕ ਬਣ ਗਿਆ ਸੀ ਆਟਵਾ ਤੇ ਬੀਜਿੰਗ ਦੇ ਵਿੱਚ, ਚੀਨ ਤੇ ਕੈਨੇਡਾ ਦੇ ਵਿੱਚ ਜੋ ਕੁਝ ਹੋਇਆ, ਭਾਵੇਂ ਅਮਰੀਕਾ ਦੇ ਕਹਿਣ ਦੇ ਉੱਤੇ ਉਹਨਾਂ ਦੇ ਕਹੇ ਅਨੁਸਾਰ ਉਸ ਮੈਂਗਵੈਂਜ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਸਾਰਾ ਕੁਝ ਸ਼ੁਰੂ ਹੋਇਆ ਸੀ। ਹੁਣ ਇਸ ਵੇਲੇ ਜਿਹੜੀਆਂ ਮੇਜਰ ਕੈਨੇਡੀਅਨ ਟੈਲੀਕਾਮ ਕੰਪਨੀਆਂ ਨੇ ਉਹ ਵੀ ਦੂਜੀਆਂ ਕੰਪਨੀਆਂ ਦੇ ਨਾਲ ਕੰਮ ਕਰ ਰਹੀਆਂ, ਚਾਹੇ ਉਹ ਸਵੀਡਨ ਦੀ ਐਰਿਕਸਨ ਆ, ਚਾਹੇ ਫਿਨਲੈਂਡ ਦੀ ਨੋਕੀਆ ਆ, ਚਾਹੇ ਸਾਊਥ ਕੋਰੀਆ ਦੀ ਸੈਮਸੰਗ ਆ, ਤੇ ਚਾਹੇ ਜਿਹੜੀਆਂ ਦੂਜੀਆਂ ਕੰਪਨੀਆਂ ਆ। ਤੇ ਇਸ ਮਾਮਲੇ ਦੇ ਵਿੱਚ ਹੁਣ ਇਹ ਗੱਲ ਕਾਫੀ ਚਰਚਾ ਦੇ ਵਿੱਚ ਆ ਕਿ ਕੀ 5G ਨੈਟਵਰਕ ਦੇ ਵਿੱਚ ਹਵਾਈ ਕੰਪਨੀ ਨੂੰ ਇਨਵੋਲਵ ਕੀਤਾ ਜਾਣਾ, ਇਹਦੇ ਨਾਲ ਕੀ ਜਿਹੜੀ ਹੈਗੀ ਆ ਸਾਈਬਰ ਸਿਕਿਉਰਿਟੀ ਰਿਸਕ ਹੋ ਸਕਦਾ ਆ, ਇਹਦੇ ਨਾਲ ਚੀਨ ਦੀ ਸਰਕਾਰ ਨੂੰ ਕੋਈ ਇਨਫੋਰਮੇਸ਼ਨ ਮਿਲ ਸਕਦੀ ਆ, ਜਾਂ ਸਿਰਫ ਤੇ ਸਿਰਫ ਜਿਹੜੀ ਇੱਕ ਕੰਪਨੀ ਦੀ ਟੈਕਨੋਲੋਜੀ ਆ, ਉਹਦਾ ਕੰਮ ਆ, ਉਹਦੀ ਦੁਨੀਆ ਦੇ ਵਿੱਚ ਉਹਦੇ ਵਿਗਿਆਨੀਆਂ ਦੀ ਦੇਣ ਆ, ਉਹਨੂੰ ਦੇਖ ਕੇ ਇਹਨਾਂ ਨੂੰ ਕੈਨੇਡਾ ਦੇ ਇਸ 5G ਨੈਟਵਰਕ ਪਾਲਿਸੀ ਅਨਾਊਂਸਮੈਂਟ ਦੇ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ। ਥੋੜੇ ਸਮੇਂ ਦੇ ਵਿੱਚ ਇਹ ਫੈਸਲਾ ਸਾਡੇ ਸਾਹਮਣੇ ਹੋਊਗਾ, ਪਰ ਹਵਾਈ ਕੰਪਨੀ ਦੀ 5G ਨੈਟਵਰਕ ਦੇ ਵਿੱਚ ਇਨਵੋਲਵਮੈਂਟ ਹੋਣੀ ਜਾਂ ਨਹੀਂ ਹੋਣੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।